ਲੜੀਵਾਰ ਕਥਾ ਰਾਗ ਧਨਾਸਰੀ ਵਿੱਚ ਆਪ ਜੀ ਸਰਵਣ ਕਰ ਰਹੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਬਦਾਂ ਦੀ ਕਥਾ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਭਈ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ। ਰਾਗ ਧਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਜੀ ਇਹ ਬਚਨ ਉਚਾਰਦੇ ਨੇ। ਭਏ ਕਿਰਪਾਲ ਦਇਆਲ ਗੋਬਿੰਦਾ ਗੋਪਾਲ। हे गोविंद हे गोपाल हे दयाल लाल गोपाल। गोपाल तेरा यारता। ਇਹ ਸੰਸਾਰ ਦੇ ਆਪਾਂ ਜਿੰਨੇ ਵੀ ਜੀਵ ਆ ਰੱਬ ਦੀਆਂ ਗਊਆਂ ਆ ਤੇ ਸਾਰੀਆਂ ਗਊਆਂ ਨੂੰ ਪਾਲਣ ਵਾਲਾ ਪਰਮੇਸ਼ਰ। ਉਹਦੇ ਵਾਸਤੇ ਤਾਂ ਗਊਆਂ ਹੀ ਆ ਨਾ। ਉੱਦਾਂ ਭਾਵੇਂ ਅਸੀਂ ਸਾਨ ਬਣੇ ਫਿਰੀਏ ਹੰਕਾਰ ਨਾਲ, ਉਹਦੇ ਸਾਹਮਣੇ ਸਾਡੀ ਕੀ ਬੁੱਕਤ ਹੈ? ਪਰਮਾਤਮਾ ਦੇ ਸਾਹਮਣੇ ਤਾਂ ਸਾਡੀ ਕੋਈ ਬੁੱਕਤ ਨਹੀਂ ਨਾ ਹੈ। ਤੇ ਜਿਵੇਂ ਕਹਿ ਦਿੰਦੇ ਆ ਨਾ ਕਿਸੇ ਵਾਸਤੇ ਤਰਸ ਭਰਿਆ ਲਿਹਾਜ਼ਾ ਰੱਖਣਾ, ਇਹ ਤਾਂ ਵਿਚਾਰਾ ਗਊ ਹੈ, ਯਾਨੀ ਕਿ ਨਿਮਾਣਾ। ਗਊ ਕਹਿਣ ਦਾ ਮਤਲਬ ਨਿਮਾਣਾ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣ ਵਾਲਾ, ਇਸ ਕਰਕੇ ਉਹਨੂੰ ਕਹਿੰਦੇ ਨੇ ਗੋਪਾਲ। ਤੇ ਸਾਹਿਬ ਕਹਿੰਦੇ ਭਏ ਕਿਰਪਾਲ ਦਇਆਲ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਕਿਰਪਾਲੂ ਹੈ, ਦਇਆ ਦੇ ਘਰ ਵਿੱਚ ਆਉਣ ਵਾਲਾ ਦਿਆਲੂ ਹੈ, ਸਭ ਤੇ ਦਇਆ ਕਰਦਾ, ਸਭ ਤੇ ਤਰਸ ਕਰਦਾ ਔਰ ਸਾਰਿਆਂ ਨੂੰ ਪਾਲਣ ਵਾਲਾ ਹੈ। ਗੋਬਿੰਦ, ਗੋਬਿੰਦਾ ਦਾ ਮਤਲਬ ਗੋ ਨਾਮ ਧਰਤੀ ਦਾ, ਬਿੰਦ ਨਾਮ ਪੈਦਾ ਕਰਨ ਵਾਲੇ ਦਾ, ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ। ਅੰਮ੍ਰਿਤ ਹਿਰਦੈ ਸਿੰਚਾਈ। ਉਸ ਨੇ ਸਾਡੇ ਤੇ ਤਰਸ ਕੀਤਾ ਤੇ ਇਸ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਉਹ ਅਸੀਂ ਆਪਣੇ ਹਿਰਦੇ ਵਿੱਚ ਸਿੰਚਿਆ। ਮਨ ਮੈਂ ਸਿੰਚੋ ਹਰ ਹਰ ਨਾਮ, ਮਨ ਮੈਂ ਸਿੰਚੋ ਹਰ ਹਰ ਨਾਮ, ਮਨ ਮੈਂ ਸਿੰਚੋ ਹਰ ਹਰ ਨਾਮ, ਮਨ ਮਹਿ ਸਿੰਚੋ ਹਰ ਹਰ ਨਾਮ। ਮਨ ਮੈਂ ਸਿੰਚੋ ਹਰ ਹਰ ਨਾਮ, ਮਨ ਮੈਂ ਸਿੰਚੋ ਹਰ ਹਰ ਨਾਮ। ਮਨ ਮਹਿ ਸਿੰਚੋ ਹਰ ਹਰ ਨਾਮ, ਮਨ ਮਹਿ ਸਿੰਚੋ ਹਰ ਹਰ ਨਾਮ। ਇੱਥੇ ਤਾਂ ਕਈ ਜਨਮਾਂ ਦਾ ਸੋਕਾ ਪਿਆ ਹੋਇਆ, ਇਹਨੂੰ ਕਾਲ ਪਿਆ ਹੋਇਆ। ਖੁੱਖੜ ਇੱਥੇ ਉੱਡਦੀ ਹੈ, ਭੁੱਬਲ ਇੱਥੇ ਉੱਠਦੀ ਹੈ, ਕਾਲ ਹੀ ਪਿਆ। ਕਈ ਜਨਮਾਂ ਦਾ ਸੋਕਾ ਪਿਆ ਸਾਡੇ ਇਸ ਮਨ 'ਚ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਇਹਨੂੰ ਸਿੰਚੋ, ਮੀਂਹ ਪਾਓ ਇੱਥੇ ਮੀਂਹ। ਹਰੀ ਨਾਮ ਜਪਣਾ, ਮੀਂਹ ਵਰਸਣਾ। ਤੇ ਮੀਂਹ ਵਰਸਦਾ ਉਦੋਂ ਆ ਭੁੱਬਲ ਉੱਡਦੀ ਹੋਈ ਬਹਿ ਜਾਂਦੀ ਹੈ ਨਾ, ਸ਼ਾਂਤ ਹੋ ਜਾਂਦੀ ਹੈ, ਮਿੱਟੀ ਧਰਤੀ ਸੋਭਨੀਕ ਹੋ ਜਾਂਦੀ, ਹਰਿਆਵਲ ਵਾਲੀ ਹੋ ਜਾਂਦੀ ਆ, ਸੋਕਾ ਮਿਟ ਜਾਂਦਾ। ਤੋ ਪਾਤਸ਼ਾਹ ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਮੀਂਹ ਵਰਸਾਓ ਆਪਣੇ ਅੰਦਰ। ਇਹਦੇ ਦੁਆਰਾ ਆਪਣੇ ਇਸ ਹਿਰਦੇ ਨੂੰ, ਆਪਣੇ ਇਸ ਮਨ ਨੂੰ ਸਿੰਚੋ। ਨਵ ਨਿਧ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਪਰਮੇਸ਼ਰ ਦਾ ਨਾਮ ਹੈ,
ਉਹ ਹਰੀ ਦੇ ਜਨਾਂ ਦੇ ਪੈਰਾਂ ਵਿੱਚ 9 ਨਿਧੀਆਂ ਰਿੱਧੀਆਂ ਸਿੱਧੀਆਂ ਆਪੇ ਹੀ ਆ ਕੇ ਲੱਗੀਆਂ ਰਹਿੰਦੀਆਂ। ਨਵ ਨਿਧ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ। ਜਨ ਰੱਬ ਦੇ ਜਿਹੜੇ ਜਨ ਨੇ ਉਹਨਾਂ ਦੇ ਪਾਈ ਦਾ ਮਤਲਬ ਪੈਰਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਲੱਗ ਜਾਂਦੀਆਂ, ਆਪੇ ਹੀ ਰਹਿੰਦੀਆਂ ਹਾਜ਼ਰ ਹੋ ਕੇ। ਮੈਨੂੰ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਦਾ ਇੱਕ ਬਚਨ ਚੇਤੇ ਆਇਆ। ਸਾਹਿਬ ਜੀ ਸ੍ਰੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾਂਦੇ, ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ ਹੋ ਗਿਆ ਵੀ ਹੁਣ ਤੁਸੀਂ ਗੋਇੰਦਵਾਲ ਸਾਹਿਬ ਜਾਇਆ ਕਰੋ। ਉੱਥੋਂ ਸਵੇਰੇ ਦਰਸ਼ਨਾਂ ਨੂੰ ਆ ਜਾਂਦੇ, ਸ਼ਾਮ ਨੂੰ ਦਰਸ਼ਨ ਕਰਕੇ ਵਾਪਸ ਪਰਤ ਜਾਂਦੇ। ਤੇ ਜਦੋਂ ਵਾਪਸ ਮੁੜਦੇ ਸੀ ਨਾ ਧੰਨ ਗੁਰੂ ਅਮਰਦਾਸ ਸਾਹਿਬ, ਤੇ ਪਿਛਲੇ ਪੈਰੀ ਜਾਂਦਿਆਂ ਮੇਰੇ ਗਰੀਬ ਨਿਵਾਜ ਦਇਆਨਿਧ ਸੁਆਮੀ ਇਸ ਕਰਕੇ ਟੁਰੇ ਜਾਂਦੇ ਸਨ ਵੀ ਮੇਰੇ ਗੁਰੂ ਦੇ ਨਗਰ ਵੱਲ ਮੇਰੀ ਪਿੱਠ ਨਾ ਹੋਵੇ। ਇਹ ਭਾਵਨਾ ਭਗਤੀ ਅੰਗ ਅੰਗ ਵਿੱਚ ਸੀ ਗੁਰੂ ਅਮਰਦਾਸ ਸਾਹਿਬ ਦੇ। ਕਹਿੰਦੇ ਇੱਕ ਦਿਨ ਵਾਪਸ ਪਿਛਲੇ ਪੈਰੀ ਟੁਰੇ ਜਾ ਰਹੇ ਨੇ, ਇੱਕ ਰਸਤੇ ਵਿੱਚ ਕਿਸੇ ਮੁਰਦੇ ਮਨੁੱਖ ਦੀ ਹੱਡੀ ਪਈ ਹੋਈ, ਹੱਡੀ ਨਾਲ ਮੇਰੇ ਸਾਹਿਬ ਦਾ ਚਰਨ ਛੂ ਗਿਆ। ਚਰਨ ਛੂਹਣ ਦੀ ਦੇਰੀ ਸੀ, ਉਸ ਹੱਡੀ ਵਿੱਚੋਂ ਹੀ ਕਹਿੰਦੇ ਇੱਕ ਦਿਵਿਆ ਸਰੂਪ ਪੈਦਾ ਹੋਇਆ, ਮਹਾਰਾਜ ਜੀ ਨੂੰ ਪ੍ਰਣਾਮ ਕਰਕੇ ਆਕਾਸ਼ਾਚਾਰੀ ਹੋ ਗਿਆ। ਇਤਿਹਾਸ ਵਿੱਚ ਇਹ ਬਚਨ ਆਉਂਦਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਅਗਲੇ ਦਿਨ ਆਏ ਤੇ ਮਹਾਰਾਜ ਜੀ ਨੇ ਆਖਿਆ, ਪੁਰਖਾ ਤੇਰਿਆਂ ਚਰਨਾਂ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਬਰਕਤਾਂ ਆ ਗਈਆਂ ਹਨ, ਇਸ ਕਰਕੇ ਹੁਣ ਤੁਸੀਂ ਸੰਜਮ ਸਹਿਤ ਰਹੋ, ਘਰ ਵਿੱਚ ਹੀ ਰਹੋ। ਹੁਣ ਅਸੀਂ ਆਪ ਖੁਦ ਆਇਆ ਕਰਾਂਗੇ ਤੁਹਾਨੂੰ ਮਿਲਣ। ਇਤਿਹਾਸ ਦੀ ਇਹ ਸਾਖੀ ਹੈ। ਉੱਥੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਹਰੀ ਦੇ ਜਨਾਂ ਦੇ ਚਰਨਾਂ ਵਿੱਚ ਸਤਿਗੁਰੂ ਜੀ ਕਹਿੰਦੇ ਨਵ ਨਿਧ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ। ਜਿਹੜੇ ਹਰੀ ਦੇ ਜਨ ਨੇ ਉਹਨਾਂ ਦੇ ਪੈਰਾਂ ਵਿੱਚ, ਉਹਨਾਂ ਦੇ ਚਰਨਾਂ ਵਿੱਚ ਲੱਗੀਆਂ ਰਹਿੰਦੀਆਂ। ਰਿੱਧ ਬਸਾ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ, ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਵੈ। ਰਿੱਧ ਬਸਾ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਰਿੱਧ ਸਿੱਧ ਸਭ ਨਾਵੇਂ ਕੀ ਦਾਸੀ, ਪਰ ਰੱਬ ਦੇ ਪਿਆਰੇ ਗੁਰਮੁਖ ਇਸ ਨੂੰ ਅੰਗੀਕਾਰ ਨਹੀਂ ਕਰਦੇ, ਇਸ ਨੂੰ ਸਵੀਕਾਰ ਨਹੀਂ ਕਰਦੇ। ਉਹ ਇਸ ਤੋਂ ਅੱਗੇ ਚਲੇ। ਉਹ ਕਹਿੰਦੇ ਸਾਡਾ ਲਕਸ਼ ਇਹ ਨਹੀਂ ਹੈ, ਸਾਡਾ ਲਕਸ਼ ਬ੍ਰਹਮ ਹੈ, ਬ੍ਰਹਮ ਤੱਕ ਜਾਣ ਦਾ। ਤੋ ਸਾਹਿਬ ਕਹਿੰਦੇ ਰਿੱਧੀਆਂ ਸਿੱਧੀਆਂ 9 ਨਿਧੀਆਂ ਇਹ ਹਰੀ ਦੇ ਜਨਾਂ ਦੇ ਪੈਰਾਂ ਵਿੱਚ ਚਰਨਾਂ ਵਿੱਚ ਆ ਕੇ ਲੱਗੀਆਂ ਰਹਿੰਦੀਆਂ ਹਨ। ਸੰਤਨ ਕਉ ਆਨੰਦ ਸਗਲ ਹੈ ਜਾਈ। ਪਾਤਸ਼ਾਹ ਕਹਿੰਦੇ ਰੱਬ ਦੇ ਜਿਹੜੇ ਪਿਆਰੇ ਨੇ ਨਾ ਸੰਤ ਜਨ, ਉਹਨਾਂ ਨੂੰ ਹਰ ਥਾਂ ਤੇ ਜਿੱਥੇ ਵੀ ਚਲੇ ਜਾਣ ਉੱਥੇ ਹੀ ਆਨੰਦ ਹੈ। ਸਾਨੂੰ ਆਨੰਦ ਉੱਥੇ ਆਉਂਦਾ ਜਿੱਥੇ ਸਾਡਾ ਮਨ ਭਾਉਂਦਾ। ਤੇ ਉੱਥੇ ਜਦੋਂ ਮਨ 'ਚ ਖੁਸ਼ੀ ਆਈ, ਗਰਮੀਆਂ ਦੇ ਦਿਨ ਨੇ, ਪਹਾੜਾਂ ਵਿੱਚ ਚੱਲੀਏ 2 ਦਿਨ 4 ਦਿਨ, ਆਖਰਕਾਰ ਮਨ ਉੱਕ ਜਾਂਦਾ ਹੈ, ਥੱਕ ਜਾਂਦਾ ਵੀ ਨਹੀਂ ਬਹੁਤ ਵੇਖ ਲੈ। ਮਨ 'ਚ ਆਇਆ ਅਮਕੀ ਥਾਂ ਜਾ ਕੇ ਵੇਖੀ, ਉੱਥੇ ਬੜਾ ਆਨੰਦ ਹੈ, ਦਰਿਆ ਦਾ ਕੰਢਾ ਹੈ, ਸਮੁੰਦਰ ਦਾ ਕਿਨਾਰਾ ਹੈ। 1 ਦਿਨ 2 ਦਿਨ ਤੀਜੇ ਦਿਨ ਕਹੋਗੇ ਨਹੀਂ ਬਸ। ਯਾਨੀ ਕਿ ਸਾਨੂੰ ਆਨੰਦ ਦੀ ਕੇਵਲ ਝਲਕ ਹੀ ਦਿਸਦੀ ਹੈ, ਸदैव ਹੀ ਨਹੀਂ ਰਹਿੰਦਾ ਆਨੰਦ। ਰੱਬ ਦੇ ਪਿਆਰੇ ਸੰਸਾਰ ਦੇ ਕਿਸੇ ਥਾਂ ਕਿਸੇ ਕੋਨੇ 'ਚ ਚਲੇ ਜਾਣ, ਉਹਨਾਂ ਨੂੰ ਉੱਥੇ ਹੀ ਆਨੰਦ ਹੈ। ਐਸਾ ਨਹੀਂ ਕਿ ਉਹਨਾਂ ਨੇ ਸੋਚਿਆ ਵੀ ਘਰ ਛੱਡ ਕੇ ਜੰਗਲ 'ਚ ਜਾਈਏ ਉੱਥੇ ਆਨੰਦ ਲਵਾਂਗੇ। ਉਹ ਕਹਿੰਦੇ ਘਰ ਬੈਠਿਆਂ ਵੀ ਤਾਂ ਆਨੰਦ ਲਿਆ ਜਾ ਸਕਦਾ ਪਰਮੇਸ਼ਰ ਦੀ ਭਗਤੀ ਦਾ। ਜਾਣਾ ਪਏ ਕਿਤੇ ਕਾਰਨ ਵਸ, ਉੱਥੇ ਵੀ ਉਹ ਆਨੰਦਿਤ ਨੇ। ਉਹ ਤਾਂ ਤਤੀ ਤਵੀ ਤੇ ਬੈਠੇ ਵੀ ਆਨੰਦਿਤ ਨੇ।
ਰੱਬ ਦੇ ਜਿਹੜੇ ਪਿਆਰੇ ਨੇ, ਸੰਤਨ ਕੋ ਅਨੰਦ ਸਗਲ ਹੀ ਜਾਈ। ਜਾਈ ਦਾ ਮਤਲਬ ਹੁੰਦਾ ਜਗ੍ਹਾ, ਸਗਲ ਦਾ ਮਤਲਬ ਹੁੰਦਾ ਸਾਰੀਆਂ ਜਗ੍ਹਾਵਾਂ ਤੇ ਰੱਬ ਦੇ ਪਿਆਰਿਆਂ ਸੰਤਾਂ ਨੂੰ ਆਨੰਦ ਹੈ। ਕਿਉਂਕਿ ਆਨੰਦ ਅੰਦਰ ਹੈ, ਨਾ ਕਿ ਬਾਹਰ ਹੈ। ਅਸੀਂ ਬਾਹਰ ਲੱਭਦੇ ਹਾਂ ਤਾਂ ਭਟਕਦੇ ਹਾਂ। ਅਸਲ ਵਿੱਚ ਆਨੰਦ ਤਾਂ ਅੰਦਰ ਹੈ, ਆਨੰਦ ਅੰਦਰੋਂ ਉਤਪੰਨ ਹੋਣਾ। ਕਿਸੇ ਮੂਰਛਿਤ ਬੰਦੇ ਨੂੰ ਜਿਹੜਾ ਬੇਹੋਸ਼ੀ ਦੀ ਹਾਲਤ ਵਿੱਚ ਹੋਵੇ, ਕੋਮਾ ਦੀ ਹਾਲਤ ਵਿੱਚ ਹੋਵੇ, ਉਹਨੂੰ ਕਿਸੇ ਸਮੁੰਦਰ ਦੇ ਕਿਨਾਰੇ ਲਿਜਾ ਕੇ ਆਖੋ, ਆਹਾ ਕੈਸਾ ਸੁੰਦਰ ਸੂਰਜ ਛੁਪ ਰਿਹਾ ਹੈ, ਚੜ ਰਿਹਾ ਹੈ, ਇਹ ਸਨ ਸ਼ੈੱਡ ਹੋ ਰਿਹਾ, ਕਿਤਨਾ ਸੁੰਦਰ ਹੈ। ਮੁਰਦੇ ਨੂੰ ਕਿਆ ਪਤਾ, ਉਹ ਜਿਹੜਾ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੈ, ਯਾਨੀ ਕਿ ਉਹ ਸਾਹਮਣੇ ਦਿਸ ਵੀ ਰਿਹਾ, ਆਨੰਦ ਉਹਦੇ ਅੰਦਰੋਂ, ਕਿਉਂਕਿ ਚੇਤਨ ਹੋਵੇਗਾ ਤੇ ਵੇਖੇਗਾ ਨਾ। ਇਸ ਕਰਕੇ ਸੰਤ ਜਨਾਂ ਦੇ ਹਿਰਦਿਆਂ ਵਿੱਚ ਆਨੰਦ ਹੈ। ਉਹ ਸੰਸਾਰ ਦੇ ਕਿਸੇ ਥਾਂ ਤੇ ਚਲੇ ਜਾਣ, ਉੱਥੇ ਆਨੰਦ 'ਚ ਹੀ ਰਹਿੰਦੇ ਆ। ਗੁਰਬਾਣੀ ਦਾ ਰੰਗ ਉਹਨਾਂ ਦੇ ਹਿਰਦੇ 'ਚ ਬਣਿਆ ਰਹਿੰਦਾ। ਕਿਸੇ ਕਾਰਨ ਵਾਸ ਉਹ ਸਾਖਤਾ ਦੁਰਜਨਾਂ ਵਿੱਚ ਜਾ ਕੇ ਬੈਠਣਾ ਪੈ ਜੇ ਉਹਨਾਂ ਨੂੰ, ਉੱਥੇ ਵੀ ਉਹ ਆਨੰਦ 'ਚ ਰਹਿੰਦੇ, ਆਪਣੇ ਨਾਮ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਉਹ ਰੰਗੇ ਰਹਿੰਦੇ ਨੇ ਉੱਥੇ ਵੀ ਜਾ ਕੇ। ਹਾਂਜੀ। ਗ੍ਰਹਿ ਬਾਹਰ ਠਾਕੁਰ ਭਗਤਨ ਕਾ, ਰਵ ਰਹਿਆ ਸਰਬ ਠਾਈ। ਗ੍ਰਹਿ ਨਾਮ ਹੈ ਘਰ ਦਾ, ਬਾਹਰ ਘਰ ਤੋਂ ਬਾਹਰ। ਜਿਹੜਾ ਠਾਕੁਰ ਹੈ ਨਾ, ਉਹ ਭਗਤਾਂ ਦਾ ਸਹਾਈ ਹੈ, ਘਰ ਵਿੱਚ ਵੀ ਤੇ ਘਰ ਤੋਂ ਬਾਹਰ ਵੀ। ਭਗਤ ਇਹ ਜਾਣਦੇ ਨੇ ਵੀ ਘਰ ਬਾਹਰ ਸਾਡਾ ਉਸੇ ਨੇ ਅੰਗ ਸੰਗ ਹੋ ਕੇ ਸਾਡੀ ਸਹਾਇਤਾ ਕਰਨੀ। ਉਹ ਕਹਿੰਦੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੈ ਹੈ ਸੰਗ। ਘਰ ਬਾਹਰ ਉਸੇ ਦਾ ਭਰੋਸਾ ਹੈ, ਉਸੇ ਨੇ ਸਾਡੀ ਸਹਾਇਤਾ ਕਰਨੀ ਹੈ, ਉਸੇ ਨੇ ਸਾਡੀ ਮਦਦ ਕਰਨੀ ਹੈ, ਉਹ ਮਦਦਗਾਰ ਹੈ। ਤੋ ਰੱਬ ਦੇ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਘਰ ਬਾਹਰ ਆਪਣਾ ਸੰਗੀ ਜਾਣਦੇ ਨੇ, ਸਹਾਈ ਜਾਣਦੇ ਨੇ। ਉਰੇ ਜਾਣਦੇ ਨੇ ਭਗਤ ਕਿ ਰੱਬ ਰਹਿਆ ਸਰਬ ਠਾਈ, ਪਰਮਾਤਮਾ ਸਰਬ ਥਾਵਾਂ ਤੇ ਰਮਿਆ ਹੋਇਆ, ਸਰਬ ਜਗ੍ਹਾਵਾਂ ਵਿੱਚ ਰਮਿਆ ਹੋਇਆ, ਸੰਸਾਰ ਦੇ ਹਰ ਜ਼ਰਰੇ ਵਿੱਚ, ਹਰ ਕਣ ਵਿੱਚ ਰਮਿਆ ਹੋਇਆ। ਇਸ ਤਰ੍ਹਾਂ ਰੱਬ ਦੇ ਪਿਆਰੇ ਗੁਰਮੁਖ ਜਾਣਦੇ ਹਨ। ਰਹਾਉ ਤਾ ਕਉ ਕੋਈ ਨ ਪਹੁੰਚਨ ਹਾਰਾ, ਜਾ ਕੈ ਅੰਗ ਗੁਸਾਈ। ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਬਰਾਬਰ ਦੁਨੀਆ 'ਚ ਕੋਈ ਦੂਜਾ ਨਹੀਂ ਪੁੱਜ ਸਕਦਾ। ਕੋਈ ਨਾ ਪਹੁੰਚਨ ਹਾਰਾ, ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਉਹਨਾਂ ਦੇ ਬਰਾਬਰ ਦੂਸਰਾ ਕੋਈ ਨਹੀਂ ਪਹੁੰਚ ਸਕਦਾ ਉਹਨਾਂ ਨੂੰ ਦੁੱਖ ਤਕਲੀਫ ਦੇਣ ਵਾਲਾ। ਜਿਸ ਦਾ ਅੰਗ, ਅੰਗ ਦਾ ਮਤਲਬ ਹੁੰਦਾ ਜਿਸ ਦਾ ਪੱਖ ਸੁਆਮੀ ਕਰਦਾ ਹੈ, ਜਿਸ ਦੇ ਵੱਲ ਪਰਮੇਸ਼ਰ ਖੜਿਆ, ਉਹਦੇ ਬਰਾਬਰ ਦੁਨੀਆ 'ਚ ਕੋਈ ਵੀ ਨਹੀਂ। ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਪਣੇ ਸਿੱਖ ਦੇ ਸਿਰ ਤੇ ਛੜੀ ਰੱਖਦੇ ਨੇ ਤਾਂ ਉਹ ਸਭ ਕੁਝ ਹੈ, ਉਹਦੇ ਬਰਾਬਰ ਕੋਈ ਨਹੀਂ। ਛੜੀ ਚੁੱਕ ਲੈਣ ਤੇ ਕੁਝ ਵੀ ਨਹੀਂ। ਬਰਕਤ ਤਾਂ ਗੁਰੂ ਦੀ ਛੜੀ ਦੀ ਹੈ ਵੀ ਜਿਸ ਦੇ ਵੱਲ ਖਲੋ ਗਏ ਨੇ, ਉਹਦੇ ਬਰਾਬਰ ਦੁਨੀਆ 'ਚ ਕੋਈ ਨਹੀਂ ਪੁੱਜ ਸਕਦਾ। ਜਮ ਕੀ ਤਰਾਸ ਮਿਟੈ ਜਿਸ ਸਿਮਰਤ, ਨਾਨਕ ਨਾਮ ਧਿਆਈ। ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਇਆ, ਉਹਨਾਂ ਦੇ ਜੰਮਾਂ ਦੀ ਤਰਾਸ ਇੱਕ ਛਿਨ 'ਚ ਮਿਟ ਗਈ। ਉਹ ਜੰਮਾਂ ਦੇ ਡਰ ਤੋਂ, ਜੰਮਾਂ ਦੇ ਭੈ ਤੋਂ ਮੁਕਤ ਹੋ ਗਏ। ਧਨਾਸਰੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਰਾਗ ਧਨਾਸਰੀ ਵਿੱਚ ਬਚਨ ਉਚਾਰਦੇ ਹਨ। ਦਰਬ ਬੰਤ ਦਰਬ ਦੇਖ ਗਰਬੈ। ਧਨੀ ਬੰਦਾ, ਦਰਬਵੰਤ, ਜਿਹਦੇ ਕੋਲ ਪੈਸਾ, ਉਹ ਆਪਣਾ ਪੈਸਾ ਵੇਖ ਕੇ ਹੰਕਾਰ ਕਰਦਾ ਵੀ ਮੈਨੂੰ ਮੇਰੇ ਪੈਸੇ ਦੀ ਓਟ ਹੈ। ਔਖੇ ਵੇਲੇ ਮੈਂ ਪੈਸਾ ਜੋੜਿਆ ਹੋਇਆ ਆਪਣੇ ਔਖੇ ਵੇਲੇ ਲਈ, ਉਹਨੂੰ ਆਪਣੇ ਪੈਸੇ ਦੀ ਓਟ ਹੈ। ਊਮਵੰਤ ਅਭਿਮਾਨੀ। ਜਿਹੜਾ ਭੂਮੀਪਤੀ ਹੈ, ਜ਼ਮੀਨ ਜਾਇਦਾਦ ਦਾ ਮਾਲਕ, ਉਹਨੂੰ ਆਪਣੀ ਜ਼ਮੀਨ ਦਾ ਅਭਿਮਾਨ ਹੁੰਦਾ ਕਿ ਮੇਰੇ ਕੋਲ ਜ਼ਮੀਨ ਹੈ, ਮੇਰੇ ਔਖੇ ਵੇਲੇ ਦਾ ਗਹਿਣਾ ਹੈ।
ਉਹਨੂੰ ਆਪਣੀ ਜ਼ਮੀਨ ਦਾ ਭਰੋਸਾ ਹੈ। ਰਾਜਾ ਜਾਣੈ ਸਗਲ ਰਾਜ ਹਮਰਾ। ਰਾਜਾ ਜਿਹੜਾ ਹੁੰਦਾ ਉਹਨੂੰ ਆਪਣੇ ਰਾਜ ਭਾਗ ਤੇ ਮਾਣ ਹੁੰਦਾ ਵੀ ਸਾਰੇ ਪਾਸੇ ਮੇਰਾ ਰਾਜ ਹੈ, ਜਿੱਥੇ ਚਾਹੇ ਜੋ ਮਰਜ਼ੀ ਮੈਂ ਕਰ ਸਕਦਾ। ਉਹਨੂੰ ਆਪਣੇ ਰਾਜ ਭਾਗ ਦਾ ਭਰੋਸਾ ਤੇ ਮਾਣ ਹੁੰਦਾ। ਤਿਉ ਹਰ ਜਨ ਟੇਕ ਸੁਆਮੀ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਆਪਣੇ ਮਾਲਕ ਦੀ ਟੇਕ ਹੈ, ਆਪਣੇ ਸੁਆਮੀ ਦੀ ਟੇਕ ਹੈ, ਵਾਹਿਗੁਰੂ ਦਾ ਆਸਰਾ ਹੈ। ਉਹ ਕਹਿੰਦੇ ਸਾਡਾ ਸੁਆਮੀ ਹਰ ਥਾਈਂ ਹੈ, ਹਰ ਜਗ੍ਹਾ ਤੇ ਸਾਡੇ ਨਾਲ ਹੈ, ਅੰਗ ਸੰਗ ਹੈ। ਧਨੀ ਨੂੰ ਧਨ ਦਾ ਆਸਰਾ ਹੈ, ਜ਼ਮੀਨ ਜਾਇਦਾਦ ਦੇ ਮਾਲਕ ਨੂੰ ਜ਼ਮੀਨ ਦਾ ਆਸਰਾ ਹੈ, ਰਾਜੇ ਨੂੰ ਆਪਣੇ ਰਾਜ ਦਾ ਆਸਰਾ, ਰੱਬ ਦੇ ਪਿਆਰਿਆਂ ਨੂੰ ਆਪਣੇ ਰੱਬ ਦਾ, ਆਪਣੇ ਮਾਲਕ ਦਾ ਆਸਰਾ ਹੈ। ਤੇ ਜੇ ਉਹ ਅਭਿਮਾਨ ਕਰਦੇ ਆ ਦੁਨੀਆ ਦੀਆਂ ਝੂਠੀਆਂ ਚੀਜ਼ਾਂ ਤੇ ਅਭਿਮਾਨੀ ਹੁੰਦੇ ਆ ਕਿ ਸਾਡੇ ਕੋਲ ਜ਼ਮੀਨ ਆ, ਅਸੀਂ ਜ਼ਮੀਨ ਦੇ ਅਭਿਮਾਨੀ, ਸਾਡੇ ਕੋਲ ਧਨ, ਅਸੀਂ ਧਨ ਦੇ ਅਭਿਮਾਨੀ, ਸਾਡੇ ਕੋਲ ਰਾਜ, ਅਸੀਂ ਰਾਜ ਦੇ ਅਭਿਮਾਨੀ ਆ। ਤੇ ਜਿਨ੍ਹਾਂ ਕੋਲ ਕੁੱਲ ਕਾਇਨਾਤ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਆ, ਫਿਰ ਉਹਨਾਂ ਨੂੰ ਤਾਂ ਅਭਿਮਾਨ ਹੀ ਬੜਾ ਵੱਡਾ ਕਰਨਾ ਚਾਹੀਦਾ। ਫਿਰ ਉਹ ਤਾਂ ਬੜੇ ਵੱਡੇ ਹੋਏ। ਐਸਾ ਅਭਿਮਾਨ ਇਹਨੂੰ ਕਹਿੰਦੇ ਆ ਨਿਰਮਲ ਅਭਿਮਾਨ ਕਹਿ ਸਕਦੇ ਆ ਵੀ ਰੱਬ ਦੇ ਪਿਆਰੇ ਅਕਾਲ ਪੁਰਖ ਵਿੱਚ ਜਦੋਂ ਇੱਕ ਬਿਕ ਹੋ ਜਾਂਦੇ ਆ, ਭੇਦ ਹੋ ਜਾਂਦੇ ਆ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਦੁਨੀਆ ਦੇ ਬਾਦਸ਼ਾਹ ਰਾਜੇ ਵੀ ਤੁੱਛ ਹੀ ਪ੍ਰਤੀਤ ਹੁੰਦੇ ਆ ਉਹਨਾਂ ਨੂੰ। ਹਮਾਯੂ ਖੜਾ ਹਿੰਦੁਸਤਾਨ ਦਾ ਬਾਦਸ਼ਾਹ, ਸਤਿਗੁਰੂ ਜੀ ਬੱਚਿਆਂ ਨਾਲ ਖੇਡ ਰਹੇ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ। ਇਹ ਵੇਖੀ ਜੇ ਵੀ ਮੈਂ ਏਡਾ ਵੱਡਾ ਬਾਦਸ਼ਾਹ ਹਿੰਦੁਸਤਾਨ ਦਾ, ਇਹਦਾ ਕੋਲ ਮਿਲਣ ਆਇਆ, ਇਹ ਮੇਰੇ ਵੱਲ ਰੁੱਖ ਹੀ ਨਹੀਂ ਕਰਦੇ, ਵੇਖਦੇ ਵੀ ਨਹੀਂ। ਉਹਨੂੰ ਕੇਵਲ ਇੱਕ ਛੋਟੇ ਜਿਹੇ ਦੇਸ਼ ਦੇ ਰਾਜ ਦਾ ਏਡਾ ਵੱਡਾ ਮਾਣ ਸੀ, ਤੇ ਮੇਰੇ ਸਾਹਿਬ ਤਾਂ ਕਰੋੜਾਂ ਅਰਬਾਂ ਖਰਬਾਂ ਬ੍ਰਹਮੰਡਾਂ ਦੇ ਮਾਲਕ ਨੇ। ਫਿਰ ਉਹਨਾਂ ਅੰਦਰ ਕਿੰਨਾ ਹੋਣਾ ਚਾਹੀਦਾ ਸੀ। ਤੇ ਸਾਹਿਬ ਜਦੋਂ ਨਾ ਵੇਖਿਆ ਤੇ ਗੁੱਸੇ ਵਿੱਚ ਆਇਆ ਹਮਾਯੂ ਵੀ ਹੁਣੇ ਤਲਵਾਰ ਕੱਢਾਂ ਮੁੱਠੇ ਤੇ ਕਬਜ਼ੇ ਤੇ ਹੱਥ ਪਾਇਆ ਵੀ ਇਹਨਾਂ ਨੂੰ ਹੁਣੇ ਦੰਡ ਦਿਆਂ। ਮਹਾਰਾਜ ਜੀ ਨੇ ਏਦਾਂ ਥੋੜੀ ਜਿਹੀ ਟੇਢੀ ਜਿਹੀ ਦ੍ਰਿਸ਼ਟੀ ਕਰਕੇ ਵੇਖਿਆ, ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਤੇਰੀ ਇਸ ਤਲਵਾਰ ਨੂੰ ਜਰ ਲੱਗ ਗਈ ਸੀ, ਜਿਹੜੀ ਸਾਡੇ ਵਰਗੇ ਫਕੀਰਾਂ ਤੇ ਆ ਕੇ ਕੱਢਦਾ, ਇੱਥੇ ਜ਼ੋਰ ਵਿਖਾਉਣਾ। ਵੇਖਣ ਦੀ ਦੇਰੀ ਸੀ, ਕਬਜ਼ੇ ਤੇ ਹੀ ਹੱਥ ਜੁੜਿਆ ਰਹਿ ਗਿਆ। ਨਾ ਵਿੱਚ ਜਾਵੇ ਕਿਰਪਾਨ ਅੱਧੀ ਬਾਹਰ, ਨਾ ਬਾਹਰ ਨੂੰ ਆਵੇ, ਉੱਥੇ ਹੀ ਜੰਮ ਗਿਆ, ਨਾ ਹੱਥ ਛੁੱਟੇ, ਡਿੱਗ ਪਿਆ ਚਰਨਾਂ ਤੇ। ਤੋ ਰੱਬ ਦੇ ਪਿਆਰਿਆਂ ਨੂੰ ਆਪਣੇ ਰੱਬ ਦੀ ਟੇਕ ਹੈ, ਪਰਮੇਸ਼ਰ ਦਾ ਆਸਰਾ ਹੈ। ਜੇ ਕੋ ਆਪਣੀ ਓਟ ਸਮਾਰੈ। ਕਹਿੰਦੇ ਜੇ ਕੋਈ ਰੱਬ ਦਾ ਪਿਆਰਾ ਆਪਣੀ ਓਟ ਨੂੰ ਸੰਭਾਰੇ, ਯਾਨੀ ਕਿ ਜੇ ਕੋਈ ਉਹਨਾਂ ਦੀ ਪਨਾਹ ਵਿੱਚ ਆ ਜਾਵੇ, ਉਹ ਆਖੇ ਵੇਖੇ ਵੀ ਮੇਰੇ ਤੇ ਭਰੋਸਾ ਰੱਖ ਕੇ ਮੇਰੀ ਸ਼ਰਨ ਵਿੱਚ ਆਇਆ। ਜੈਸਾ ਬਿਤ ਤੈਸਾ ਹੋਏ ਵਰਤੈ। ਜਿੰਨਾ ਕੋ ਉਹਦਾ ਬਿੱਤ ਹੁੰਦਾ ਉਹਦੀ ਮਦਦ ਕਰਨ ਵਾਸਤੇ ਓਨੇ ਕੁ ਬਿੱਤ ਨਾਲ ਉਹ ਵਰਤਦਾ। ਆਪਣਾ ਬਲ ਨਹੀਂ ਹਾਰੈ। ਉਹ ਆਪਣਾ ਬਲ ਨਹੀਂ ਹਾਰਦਾ, ਕਹਿੰਦਾ ਮੇਰੀ ਸ਼ਰਨ ਆਇਆ, ਮੈਂ ਇਸ ਦੀ ਟੇਕ ਬਣ ਕੇ ਇਹਦੀ ਮਦਦ ਕਰਾਂ, ਇਹਦੀ ਸਹਾਇਤਾ ਕਰਾਂ। ਕਹਿੰਦੇ ਜੇ ਰੱਬ ਦੇ ਪਿਆਰਿਆਂ ਵਿੱਚ ਏਡੀ ਵੱਡੀ ਤਾਕਤ ਆ ਵੀ ਆਪਣੇ ਸ਼ਰਨ ਆਇਆਂ ਦਾ ਬਲ ਨਹੀਂ ਹਾਰਨ ਦਿੰਦੇ, ਤੇ ਫਿਰ ਉਹ ਰੱਬ ਦੇ ਵਿੱਚ ਕਿੱਡੀ ਵੱਡੀ ਤਾਕਤ ਹੋਵੇਗੀ ਜਿਹੜੇ ਉਹਦੀ ਸ਼ਰਨ 'ਚ ਪੈ ਜਾਂਦੇ ਨੇ, ਉਹਨਾਂ ਨੂੰ ਕਿੱਡੀਆਂ ਨਿਆਮਤਾਂ ਦੇ ਕੇ ਨਵਾਜਦਾ ਹੋਵੇਗਾ, ਜੇ ਉਹਦੇ ਪਿਆਰਿਆਂ ਵਿੱਚ ਇੰਨੀ ਅਵਸਥਾ ਹੈ। ਹਾਂਜੀ, ਰਹਾਉ ਆਨ ਤਿਆਗ ਭਾਈ ਇੱਕ ਆਸਰ। ਸਾਰੀਆਂ ਸ਼ਰਨਾਂ ਤੱਕ ਕੇ ਮਹਾਰਾਜ ਇੱਕ ਤੁਹਾਡਾ ਆਸਰਾ ਗ੍ਰਹਿਣ ਕੀਤਾ। ਸ਼ਰਨ ਸ਼ਰਨ ਕਰ ਆਈ। ਮਨ ਬਚ ਕਰਮ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਮੇਰੇ ਸੁਆਮੀ ਜੀ, ਮੈਂ ਤੁਹਾਡੀ ਪਨਾਹ ਵਿੱਚ ਹਾਂ। ਸ਼ਰਨ ਸ਼ਰਨ ਮੈਂ ਸ਼ਰਨ ਤਿਹਾਰੀ, ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਸੰਤ ਅਨੁਗ੍ਰਹਿ ਭਈ ਮਨ ਨਿਰਮਲ, ਨਾਨਕ ਹਰ ਗੁਣ ਗਾਏ। ਇਹਨਾਂ ਦੇ ਸੰਤ ਜਨ ਅਨੁਗ੍ਰਹ ਕਰਦੇ ਨੇ, ਕਿਰਪਾ ਕਰਦੇ ਨੇ, ਰਹਿਮਤ ਕਰਦੇ ਹਨ, ਉਹਨਾਂ ਦੇ ਮਨ ਨਿਰਮਲ ਹੋ ਜਾਂਦੇ ਹਨ। ਤੇ ਨਿਰਮਲ ਮਨਾਂ ਵਾਲੇ ਗੁਰਮੁਖ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਹਨ।
ਜਿਨ੍ਹਾਂ ਦੇ ਮਨ ਨਿਰਮਲ ਨੇ, ਸ਼ੁੱਧ ਨੇ, ਪਵਿੱਤਰ ਨੇ, ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਤਨਾਸਰੀ ਮਹੱਲਾ ਪੰਜਵਾ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਹੈ, ਸੋ ਕਹੀਅਤ ਹੈ ਸੂਰਾ। ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ, ਉਹੀ ਇਸ ਕਲਯੁਗ ਦੇ ਵਿੱਚ ਸੂਰਮਾ ਯੋਧਾ ਹੈ। ਆਤਮ ਜਿਹੜਾ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਦੇ ਸਤਿਗੁਰੂ ਜੀ ਪੂਰੇ ਨੇ, ਉਹੀ ਆਪਣੇ ਆਤਮ ਮਨ ਨੂੰ ਜਿੱਤ ਲੈਂਦੇ ਹਨ। ਔਰ ਜਿਨ੍ਹਾਂ ਮਨ ਜਿੱਤ ਲਿਆ, ਉਹਨਾਂ ਸਭ ਕੁਝ ਆਪਣੇ ਵਸ ਕਰ ਲਿਆ। ਮਨ ਜੀਤਾ ਜਗ ਜੀਤ। ਠਾਕੁਰ ਗਾਈਐ ਆਤਮ ਰੰਗ। ਭਾਈ ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਰੰਗ ਕੇ ਪਰਮੇਸ਼ਰ ਦੇ ਪ੍ਰੇਮ ਵਿੱਚ, ਫਿਰ ਉਸ ਠਾਕੁਰ ਅਕਾਲ ਪੁਰਖ ਪਰਮੇਸ਼ਰ ਦੀਆਂ ਸਿਫਤਾਂ ਨੂੰ ਗਾਇਨ ਕਰੋ। ਸਰਣੀ ਪਾਵਨ ਨਾਮ ਧਿਆਵਨ, ਸਹਜ ਸਮਾਵਨ ਸੰਗ। ਠਾਕੁਰਾਂ ਦੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦਾ ਨਾਮ ਧਿਆਵੋਗੇ ਤਾਂ ਤੁਹਾਡੀ ਸਹਿਜ ਵਿੱਚ ਸਮਾਈ ਹੋਵੇਗੀ, ਤੁਰਿਆ ਪਦ ਵਿੱਚ ਤੁਸੀਂ ਸਮਾਵੋਗੇ। ਰਹਾਉ ਜਨ ਕੀ ਚਰਨ ਵਸਹਿ ਮੇਰਾ ਹੀਅਰੈ, ਸੰਗ ਪੁਨੀਤਾ ਦੇਹੀ। ਰੱਬ ਦੇ ਪਿਆਰੇ ਜਨਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸਦੇ ਨੇ, ਜਿਨ੍ਹਾਂ ਦੇ ਵਸਣ ਕਰਕੇ ਮੇਰੀ ਇਹ ਦੇਹੀ, ਮੇਰਾ ਇਹ ਮਨ ਪੁਨੀਤ ਤੇ ਪਵਿੱਤਰ ਹੋਇਆ। ਜਨ ਕੀ ਧੂਰ ਦੇਹੁ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਬਖਸ਼ੋ। ਮੇਰੇ ਲਈ ਸਭ ਤੋਂ ਵੱਡਾ ਸੁਖ ਇਹੀ ਹੈ ਕਿ ਆਪਣੇ ਪਿਆਰਿਆਂ ਦੇ ਚਰਨਾਂ ਦੀ ਮੈਨੂੰ ਖਾਕ ਬਖਸ਼ੋ। ਮੋਕੋ ਕਰ ਸੰਤਨ ਕੀ ਧੂਰੇ, ਮੋਕੋ ਕਰ ਸੰਤਨ ਕੀ ਧੂਰੇ, ਮੋਕੋ ਸੰਤਨ ਕੇ ਧੂਰੇ, ਮੋਕੋ ਕਰ ਸੰਤਨ ਕੇ ਧੂਰੇ। ਮੋਕੋ ਕਰ ਸੰਤਨ ਕੀ ਧੂਰੇ, ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਵਾਹਿਗੁਰੂ, ਓ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਓ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।